ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਸਿੰਘ ਸਭਾ ਓਮ ਵਿਹਾਰ ਫੇਜ਼ 1A ਉੱਤਮ ਨਗਰ। ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਕਿ ਜਦੋਂ ਮੈਂ ਮੈਨੂੰ ਸੇਵਾ ਮਿਲੀ ਸੀ 2019 ਚ, ਮੈਂ ਗੁਰਦੁਆਰਾ ਸਾਹਿਬ ਵਿੱਚ ਐਂਟਰੀ ਕਰ ਪਹਿਲਾਂ ਮੈਂ ਬੰਨਾ ਨਹੀਂ ਚਾਹੁੰਦਾ ਸੀ, ਲੇਕਿਨ ਜੋ ਮੈਨੂੰ ਸੇਵਾ ਦਿੱਤੀ ਗਈ ਉਹ ਸੇਵਾ ਨੂੰ ਮੈਂ ਦੇਖ ਕੇ ਆਪਣੇ ਤਨ ਮਨ ਨਾਲ ਸੇਵਾ ਕਰਦਾ ਰਿਹਾ। ਜਦੋਂ ਲਈ ਮੈਂ ਐਂਟਰੀ ਕੀਤੀ ਗੁਰਦੁਆਰਾ ਸਾਹਿਬ ਵਿੱਚ, ਉਦੋਂ ਮੇਰੇ ਨਾਲ ਦੇਖ ਕੇ ਪਤਾ ਲੱਗਾ ਜੋ ਮੌਜੂਦਾ ਕਮੇਟੀ ਸਾਡੇ ਨਾਲ ਦੀ ਹੈਗੀ ਸੀ ਉਹ ਬਹੁਤ ਹੀ ਕਰਪਟ ਹੈਗੀ ਸੀ। ਉਹ ਕਰਪਟ ਦੇਖ ਕੇ ਨਾ ਮੈਨੂੰ ਬੜਾ ਧੱਕਾ ਲੱਗਾ। ਇਸ ਕਰਕੇ ਮੈਂ ਆਪਣਾ 12 ਮਈ 2020 ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ। ਲੇਕਿਨ ਜੋ ਸਾਡੇ ਨਾਲ ਬਾਕੀ ਕਮੇਟੀ ਰਹਿ ਗਈ, ਜਸਵਿੰਦਰ ਸਿੰਘ ਔਰ ਓਂਕਾਰ ਸਿੰਘ ਵਾਲਾ ਜਸਵਿੰਦਰ ਸਿੰਘ ਦਾ ਜੋ ਉੱਥੇ ਹਾਲ ਸੀ ਜਨਰਲ ਸੈਕਟਰੀ ਗਏ ਸੀ। ਜਸਵਿੰਦਰ ਸਿੰਘ ਉਹ ਗੁਰਦੁਆਰਾ ਸਾਹਿਬ ਵਿੱਚ ਧੱਕਾ ਕਰਕੇ ਰਹਿ ਰਹੇ ਸੀ। ਉਹਨਾਂ ਨੂੰ ਜਦੋਂ ਅਸੀਂ ਕੱਢਣ ਦਾ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਨਹੀਂ ਰਹਿ ਸਕਦੇ, ਉਹਨਾਂ ਨੇ ਬੜਾ ਹੀ ਧਮਕੀਆਂ ਦਿੱਤੀਆਂ ਔਰ ਆਪਣਾ ਬੜਾ ਗਲਤ ਸਲਤ ਬੋਲਦੇ ਰਹੇ। ਲੇਕਿਨ ਫਿਰ ਵੀ ਚਲੋ ਅਸੀਂ ਉਹਨਾਂ ਨੂੰ ਕਹਿ ਗਵਾ ਕੇ ਕਿਸ ਤਰੀਕੇ ਨਾਲ ਉੱਥੋਂ ਦੀ ਕੀਤਾ, ਉਹ ਸ਼ਰਾਬਾ ਪੀਣਾ, ਸਭ ਕੁਝ ਕਰਨਾ ਔਰ ਗਲਤ ਤਰੀਕੇ ਨਾਲ ਆਪਣਾ ਪੇਸ਼ ਆਣਾ। ਬਾਅਦ ਵਿੱਚ ਜਦੋਂ ਇਹ ਸਾਰਾ ਹੋ ਗਿਆ, ਇਹਨਾਂ ਨੇ ਮੇਰੇ ਘਰ ਆ ਕੇ 9 ਜੂਨ ਨੂੰ ਮੇਰੇ ਘਰ ਹਮਲਾ ਕੀਤਾ ਆ ਕੇ। ਉਸ ਤੋਂ ਬਾਅਦ ਫਿਰ ਮੈਂ ਆਪਣੀ ਕਮੇਟੀ ਬੁਲਾਈ, ਸਾਰੀ ਸੰਗਤ ਨੂੰ ਬੁਲਾਇਆ, ਸਾਰੀ ਇੱਕ ਮੀਟਿੰਗ ਕੀਤੀ। ਜਦੋਂ ਇਹਨਾਂ ਨੂੰ ਮੈਂ ਕਿਹਾ ਕਿ ਇਸ ਤਰੀਕੇ ਨਾਲ ਇਹ ਗਲਤ ਤਰੀਕਾ ਹੈਗਾ, ਇਸ ਤਰੀਕੇ ਨਾਲ ਨਾ ਕਰੋ, ਜੋ ਅਗਰ ਚੋਣ ਕਰਾਉਣੀਆਂ ਨੇ ਚੋਣ ਕਰਾ ਲਓ, ਕਮੇਟੀ ਦਾ ਜਿਸ ਤਰ੍ਹਾਂ ਬਣਦਾ ਉਹ ਬਣਾ ਲਓ। ਲੇਕਿਨ ਇਹਨਾਂ ਨੇ ਕਿਹਾ ਚਲੋ ਜੀ ਚੋਣ ਕਰਾ ਲੈਂਦੇ ਆ ਤੇ ਬਾਕੀ ਕਮੇਟੀ ਦੁਆਰਾ ਭੰਗ ਕਰ ਦਿੰਦੇ, ਚੋਣ ਕਰਾ ਲੈਂਦੇ ਆ। ਜਦੋਂ ਮੈਂ ਇਹ ਸਾਰਾ ਕੰਮ ਹੋਣ ਲੱਗਾ ਤੇ ਉਦੋਂ ਇਹਨਾਂ ਦੇ ਵਿੱਚ ਐਂਟਰੀ ਕਰ ਗਏ ਜੀ ਇੰਦਰਜੀਤ ਸਿੰਘ ਮੌਂਟੀ ਵਿਕਾਸਪੁਰੀ। ਉਹਨਾਂ ਨੇ ਆ ਕੇ ਜੋ ਉੱਥੇ ਧੱਕਾ ਕੀਤਾ ਸਾਡੀ ਸੰਗਤ ਨਾਲ, ਸਾਡੇ ਨਾਲ ਬੜੀਆਂ ਚਾਲ ਚੱਲ ਕੇ ਉਹ ਚੋਣ ਜਿਹੜੇ ਕਰਵਾਏ, ਉਹ ਚੋਣ ਇਸ ਤਰ੍ਹਾਂ ਕਰਵਾਏ ਬਿਲਕੁਲ ਫੇਕ ਚੋਣ ਹੋਏ। ਉਹ ਫੇਕ ਚੋਣ ਇਹ ਸਾਡੇ ਕੋਲ ਪੂਰੇ ਸਬੂਤ ਹੈਗੇ ਨੇ ਕਿ ਕਿਸ ਤਰ੍ਹਾਂ ਚੋਣ ਕਰਾਏ ਗਏ, ਹੋਰ ਕਿਸ ਤਰ੍ਹਾਂ ਇਹਨਾਂ ਨੇ ਮੌਂਟੀ ਜੀ ਨੇ ਉੱਥੇ ਆ ਕੇ ਆਪਣਾ ਬੜਾ ਹੀ ਗੰਦ ਪਾਇਆ। ਔਰ ਇਸ ਤਰ੍ਹਾਂ ਗੰਦ ਪਾ ਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਲੋਕ ਆਪਣਾ ਕੌਮ ਦੀ ਆਵਾਜ਼ ਬਣਦੇ ਨੇ, ਕੌਮ ਦਾ ਆਪਣਾ ਦਿੰਦੇ ਨੇ, ਆਪਣਾ ਸਨਮਾਨ ਕਰਦੇ ਨੇ, ਸਨਮਾਨ ਸਮਾਰੋਹ ਕਰਦੇ ਨੇ। ਇਹਨਾਂ ਨੂੰ ਕੌਣ ਇਸ ਤਰ੍ਹਾਂ ਮਤਲਬ ਕਿ ਖਿਤਾਬ ਦਿੰਦੇ ਨੇ? ਇਹ ਕੌਣ ਹੁੰਦੇ ਨੇ ਮਤਲਬ ਕਿ ਕੌਮ ਦੀ ਆਵਾਜ਼ ਨੂੰ ਚੁੱਕਣ ਵਾਲੇ ਹੋਰ ਕਿਸੇ ਨੂੰ ਸਨਮਾਨ ਦੇਣ ਵਾਲੇ? ਮੈਂ ਤੇ ਵੱਡੀ ਕਮੇਟੀਆਂ ਨੂੰ ਬੇਨਤੀ ਕਰਨਾ, DS GMC ਵੱਲੋਂ ਵੀ ਇਹਨਾਂ ਨੂੰ ਨੋਟਿਸ ਗਿਆ, ਸਾਡੇ ਉੱਥੇ ਗੁਰਦੁਆਰੇ ਕਮੇਟੀ ਵੱਲੋਂ ਉਹਨਾਂ ਨੇ ਜਿਹੜਾ ਪ੍ਰਧਾਨ ਬਣਾਤੇ ਓਂਕਾਰ ਸਿੰਘ ਜੀ ਨੂੰ, ਉਹਨਾਂ ਨੂੰ ਵੀ ਨੋਟਿਸ ਗਿਆ, ਉਹਦਾ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ। ਇਹ ਸਭ ਚਾਲਾਂ ਸਿਰਫ ਮੌਂਟੀ ਜੀ ਦੀ ਵਜ੍ਹਾ ਨਾਲ ਹੀ ਹੋ ਰਹੀਆਂ ਨੇ, ਉਹ ਹੀ ਇਹ ਕਰਵਾਉਂਦੇ ਪਏ ਨੇ ਸਾਰਾ ਕੁਝ। ਤੇ ਇਹਨਾਂ ਨੂੰ ਅਸੀਂ ਬੇਨਤੀ ਕਰਨੇ ਆ, ਸਿਰਸਾ ਜੀ ਨੂੰ ਅਸੀਂ ਬੇਨਤੀ ਕੀਤੀ ਕਿ ਕਰਨੇ ਆ ਉਹਨਾਂ ਨੂੰ ਕਿ ਮਤਲਬ ਤੁਸੀਂ ਜੋ ਇਹਨਾਂ ਕੋਲੋਂ ਕੱਲ ਜੋ ਸਨਮਾਨ ਲਿੱਤਾ ਹੈ ਜਾਂ ਦਿੱਤਾ ਗਿਆ ਹੈ, ਇਹ ਸਨਮਾਨ ਦੇਣ ਦੇ ਹੱਕਦਾਰ ਹੈਗੇ ਨੇ। ਇਸ ਤਰ੍ਹਾਂ ਦੇ ਸਾਡੇ ਗੁਰਦੁਆਰੇ ਆ ਕੇ ਸਾਨੂੰ ਪੁੱਛੋ ਨਾ ਕਿ ਮੌਂਟੀ ਜੀ ਨੇ ਕੀ ਕੀਤਾ ਉੱਥੇ ਆ ਕੇ। ਅਸੀਂ ਜਾਣਦੇ ਕਿ ਕਿਸ ਤਰੀਕੇ ਨਾਲ ਫੇਕ ਚੋਣ ਕਰਾਏ। ਸਾਡੇ ਕੋਲ ਪੂਰੇ ਸਬੂਤ ਹੈਗੇ ਨੇ ਇਸ ਚੀਜ਼ ਦੇ, ਸਾਡੇ ਕੋਲ ਪੂਰੇ ਸਬੂਤ ਹੈਗੇ ਨੇ। ਅਸੀਂ ਕਹਿੰਦੇ ਕਿ ਜੋ ਪਹਿਲਾਂ ਇਹਨਾਂ ਇਸ ਤਰ੍ਹਾਂ ਦਾ ਕੰਮ ਕਰਾ ਸਕਦਾ, ਉਹ ਵੱਡੇ ਚੋਣਾਂ 'ਚ ਕੀ ਗੰਦ ਪਾਏਗਾ, ਉਹਨਾਂ ਦਾ ਕੀ ਹਾਲ ਕਰੇਗਾ? ਜੋ ਮਤਲਬ ਕਿ ਸੰਗਤ ਦੇ ਨਾਲ ਪੈਸਾ ਵੰਡੋ, ਸ਼ਰਾਬਾ ਵੰਡੋ, ਜੇ ਕਰੋ, ਸਭ ਕੁਝ ਸਾਰੇ ਕੰਮ ਕਰਦੇ ਰਹਿੰਦੇ ਨੇ। ਸਾਡੇ ਉੱਥੇ ਇਹਨਾਂ ਕੋਲ ਹਿਸਾਬ ਮੰਗੋ ਤਾਂ ਹਿਸਾਬ ਨਹੀਂ ਦਿੱਤਾ ਜਾਂਦਾ। ਉੱਤੋਂ ਦੀ ਗੁੰਡਾਗਰਦੀ ਅਲੱਗ ਕਰਦੇ ਨੇ। ਸਾਡੇ ਜਤਿੰਦਰ ਸਿੰਘ ਆਪਣਾ ਮੰਨੀ ਜੀ, ਉਹਨਾਂ ਨਾਲ ਇਹਨਾਂ ਨੇ ਉਹਨਾਂ ਮਾਰਿਆ ਕੁੱਟਿਆ ਵੀ, ਪੂਰੀ ਫੈਮਿਲੀ ਨੇ। ਓਂਕਾਰ ਸਿੰਘ ਜੀ ਦੀ ਦਾੜੀ ਪੁੱਟ ਕੇ ਸਾਰੇ ਵਾਲ ਪੁੱਟ ਛੱਡੇ। ਇਸ ਤਰ੍ਹਾਂ ਦੇ ਮਤਲਬ ਕਿ ਪ੍ਰਧਾਨ ਗੁਰਦੁਆਰੇ 'ਚ ਬਣਾ ਛੱਡਦੇ ਨੇ ਤੇ ਔਰ ਨਾ ਵਰਨ ਜੋਗੇ ਹੈਗੇ ਨੇ। ਅਸੀਂ ਫਿਰ ਵੀ ਮਤਲਬ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਬੇਨਤੀ ਕਰਨੇ ਆ ਕਿ ਕਿਸ ਤਰੀਕੇ ਨਾਲ ਆਪਣੇ ਤਰੀਕੇ ਨਾਲ ਆਪਣਾ ਸਾਰਾ ਸੰਭਾਲ ਕੇ ਜੋ ਕਰਨਾ ਹੈ ਕਰ ਲੈਣ। ਲੇਕਿਨ ਅਸੀਂ ਇਸ ਤਰੀਕੇ ਨਾਲ ਧੱਕੇਸ਼ਾਹੀ ਨਹੀਂ ਹੁੰਦੀ ਨਹੀਂ, ਔਰ ਨਾ ਹੀ ਅਸੀਂ ਇਹਨਾਂ ਦਾ ਮੌਂਟੀ ਜੀ ਜੋ ਕਰ ਰਹੇ ਨੇ ਅਸੀਂ ਉਹਨਾਂ ਦਾ ਪੁਰਜੋਰ ਵਿਰੋਧ ਕਰਨੇ ਆ। ਕਿ ਸਿਰਸਾ ਜੀ ਨੂੰ ਬੇਨਤੀ ਕਰ ਰਿਹਾ, ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਿਉਂ ਅੱਗੇ ਕਰ ਦਿੰਦੇ ਹੋ? ਮੈਂ ਇਹਨਾਂ ਦੀ ਤਰਫੋਂ ਆਪਣਾ ਅਮੀਤ ਸਿੰਘ ਜੀ ਖਾਨਪੁਰੀ ਜੀ, ਜਿਨ੍ਹਾਂ ਨੇ ਗੁਰਦੁਆਰੇ ਸੇਵਾ ਲਿੱਤੀ ਹੋਈ ਹੈ ਸਿੰਘ ਸਭਾ ਗੁਰਦੁਆਰਿਆਂ ਦੀ, ਉਹ ਵੀ ਸਾਡੇ ਨਾਲ ਚੱਲ ਰਹੇ ਨੇ। ਉਹਨਾਂ ਨੇ ਵੀ ਸਾਡੀ ਟੀਮ ਨਾਲ ਪੂਰੀ ਚੱਲਦੇ ਪਏ ਨੇ। ਤੇ ਅੱਗੇ ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਕਿ ਚਲੋ ਇਹਨਾਂ ਨੂੰ ਆਪਣਾ ਓਂਕਾਰ ਸਿੰਘ ਜੀ ਨੂੰ ਕਿ ਬੇਨਤੀ ਵੀ ਕੀਤੀ, ਲੈਟਰ ਵੀ ਭੇਜਿਆ, ਸਭ ਕੁਝ ਕੀਤਾ, ਲੇਕਿਨ ਇਹਨਾਂ ਦਾ ਕੋਈ ਜਵਾਬ ਨਹੀਂ ਮਿਲਦਾ ਔਰ ਇਹ ਗਲਤ ਤਰੀਕੇ ਨਾਲ। ਇਹ ਸਾਡੇ ਭਾਈ ਸਾਹਿਬ ਨੇ ਮਨਜੀਤ ਸਿੰਘ ਜੀ ਬੋਵੀ ਜੋ ਸਾਬਕਾ ਕੈਸ਼ੀਅਰ ਹੈਗੇ ਨੇ, ਇਹਨਾਂ ਨਾਲ ਵੀ ਬਥੇਰਾ ਧੱਕਾ ਕੀਤਾ ਉਹਨਾਂ ਨੇ।
ਤੇ ਉਸ ਤੋਂ ਇਲਾਵਾ ਵੀ ਇਹਨਾਂ ਨੂੰ ਪੁੱਛੋ ਇਹ ਕਿਸ ਤਰੀਕੇ ਨਾਲ ਜਦੋਂ ਹੈਗੇ ਸੀ ਕੈਸ਼ੀਅਰ ਹੈਗੇ ਸੀ ਤਾਂ ਉਦੋਂ ਇਹਨਾਂ ਨਾਲ ਕਿਸ ਤਰੀਕੇ ਨਾਲ ਬਿਹੇਵ ਕਰਦੇ ਸੀ। ਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕਿ ਹਰਜੀਤ ਸਿੰਘ ਜੀ ਨੇ ਬੋਲਿਆ ਸਾਬਕਾ ਪ੍ਰਧਾਨ ਹੈ, ਬਿਲਕੁਲ ਸਹੀ ਕਹਿ ਰਹਿਣਗੇ, ਮੈਂ ਇਹਨਾਂ ਨਾਲ ਹੈਗਾ, ਮੈਂ ਇਹਨਾਂ ਨਾਲ ਸਹਿਮਤ ਹੈਗਾ। ਲੇਕਿਨ ਮੈਂ ਖੁਦ ਉੱਥੇ ਰਿਜ਼ਾਈਨ ਦਿੱਤਾ ਸੀਗਾ ਕਿ ਉੱਥੇ ਦਾ ਜਿਹੜਾ ਮਾਹੌਲ ਸੀਗਾ ਪੈਸਿਆਂ ਦਾ ਲੈਣ ਦੇਣ ਬਹੁਤ ਗਲਤ ਚੱਲ ਰਿਹਾ ਸੀਗਾ, ਇਸ ਕਰਕੇ ਮੈਂ ਆਪਣੀ ਮਰਜ਼ੀ ਨਾਲ ਰਿਜ਼ਾਈਨ ਦੇ ਦਿੱਤਾ ਹੈਗਾ। ਉਸ ਤੋਂ ਬਾਅਦ ਮੈਂ ਪਿੱਛੇ ਹਟ ਚੁੱਕਿਆ ਸੀਗਾ। ਜਸਵਿੰਦਰ ਸਿੰਘ ਜਿਹੜਾ ਦਿੱਲੀ ਦਾ ਨਿਵਾਸੀ ਨਹੀਂ ਹੈਗਾ, ਨਾ ਉਹ ਨਿਵਾਸੀ ਹੈਗਾ, ਉਹ ਕਰਨਾਲ ਤੋਂ ਕੁਰੂਕਸ਼ੇਤਰ ਤੋਂ ਆ ਕੇ ਇੱਥੇ ਡੇਰਾ ਬਣਾ ਕੇ ਬੈਠਾ ਸੀਗਾ। ਅਸੀਂ ਜਦੋਂ ਸਾਨੂੰ ਪਤਾ ਚੱਲਿਆ ਕਿ ਇਹ ਬੰਦਾ ਗਲਤ ਹੈ ਕਿ ਅਸੀਂ ਧੀਰੇ ਧੀਰੇ ਪਿੱਛੇ ਹੁੰਦੇ ਗਏ। ਨਾਲ ਫਿਰ ਜਿਹੜੀ ਸੰਗਤ ਸੀ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਬੰਦੇ ਗਲਤ ਰਹਿਣਗੇ, ਇਹਨਾਂ ਨਾਲ ਸਾਥ ਦਿਓ। ਫਿਰ ਬਾਕੀ ਉਸ ਤੋਂ ਬਾਅਦ ਹਰਜੀਤ ਸਿੰਘ ਨਾਲ ਉਹਨਾਂ ਨੇ ਹਰਜੀਤ ਸਿੰਘ ਨੂੰ ਐਂਟਰੀ ਕਰਾ ਕੇ ਪ੍ਰਧਾਨ ਬਣਾਤਾ। ਲੇਕਿਨ ਹਰਜੀਤ ਸਿੰਘ ਨੂੰ ਪਤਾ ਚੱਲਿਆ ਕਿ ਇਹ ਬੰਦੇ ਗਲਤ ਹੈ, ਹਰਜੀਤ ਸਿੰਘ ਵੀ ਪਿੱਛੇ ਹਟ ਗਏ। ਫਿਰ ਉਹ ਹਿਸਾਬ ਕਿਤਾਬ ਦਾ 10-12 ਲੱਖ ਰੁਪਏ ਜਿਹੜਾ ਪਿਛਲੇ ਵਾਲੀਆ ਸਾਹਿਬ ਪ੍ਰਧਾਨ ਜੀ ਛੋੜ ਗਏ ਸੀਗੇ, ਉਹ ਉਹਨਾਂ ਨੇ ਬਿਲਕੁਲ ਮਿੱਟੀ ਕਰ ਦਿੱਤਾ। ਵਿਦਾਊਟ ਇਹਨਾਂ ਦੀ ਪਰਮਿਸ਼ਨ ਦੇ, ਵਿਦਾਊਟ ਇਹਨਾਂ ਦੇ ਸਾਈਨ ਦੇ, ਉਹ ਆਪਣੇ ਆਪ ਹੀ ਪੈਸਾ ਨਿਕਾਲ ਕੇ ਕੰਮ 'ਚ ਲਗਾ ਕੇ 50,000 ਦਾ ਖਰਚ ਕੀਤਾ ਤੇ ਲੱਖ ਪਾਤਾ, ਇਸ ਤਰ੍ਹਾਂ ਬਿੱਲ ਕਰਾਇਆ, ਪੂਰਾ ਮਿੱਟੀ ਕਰਤਾ ਪੈਸਾ ਉਹਨਾਂ ਨੇ। ਬਾਕੀ ਦੂਸਰਾ ਰਿਹਾ ਹੈ ਜਿਹੜਾ ਇੰਦਰਜੀਤ ਸਿੰਘ ਮੋਂਟੀ ਨੇ ਐਂਟਰੀ ਕਰਾ ਕੇ ਸਾਨੂੰ 3 ਬੰਦੇ ਨੂੰ ਰਾਤੀ ਜੇਲ੍ਹ 'ਚ ਬੰਦ ਕਰਾ ਕੇ ਅਗਲੇ ਦਿਨ ਸਵੇਰੇ ਇਹਨਾਂ ਨੇ ਇਲੈਕਸ਼ਨ ਕਰਾਤੇ। ਅਸੀਂ ਜਦੋਂ ਥਾਣੇ ਤੋਂ ਸਵੇਰੇ ਬਾਹਰ ਆਇਆ ਦੁਪਹਿਰ ਵੇਲੇ, ਸਾਨੂੰ ਪਤਾ ਚੱਲਿਆ ਕਿ ਗੁਰਦੁਆਰਾ ਓਮ ਵਿਹਾਰ ਫੇਸ 1A ਦੇ ਇਲੈਕਸ਼ਨ ਹੋ ਗਏ ਔਰ ਓਂਕਾਰ ਸਿੰਘ ਨੂੰ ਉਹਨਾਂ ਨੇ ਪ੍ਰਧਾਨ ਬਣਾਤਾ ਹੈਗਾ, ਜੋ ਸਰਾਸਰ ਗਲਤ ਹੈ। ਉਹ ਸਾਰੇ ਬੰਦੇ ਜੇ ਜਾਣ ਲੈਣਗੇ। ਲੇਕਿਨ ਪਿੱਛੇ ਜਿਹੜਾ ਇੰਦਰਜੀਤ ਸਿੰਘ ਮੋਂਟੀ ਹੈ, ਆਵਾਜ਼ ਹੈ, ਕੌਣ ਕਹਿ ਰਿਹਾ, ਜਿਸ ਬੰਦੇ ਦਾ ਰੋਮ ਹੀ ਗਲਤ ਹੈਗਾ, ਜਿਹੜਾ ਤਕਰੀਬਨ ਸਾਰੇ ਬੰਦੇ ਜਾਣਗੇ, ਉਹ ਕਿਸ ਤਰ੍ਹਾਂ ਆਵਾਜ਼ ਕੌਮ ਉਠਾ ਸਕਦਾ ਹੈਗਾ। ਤੇ ਅਸੀਂ ਤਾਂ ਸਿਰਸਾ ਜੀ ਨੂੰ ਅਪੀਲ ਕਰਦੇ ਹਾਂ, ਹੋਰ ਜਿਹੜੇ ਵੀ ਜਥੇਬੰਦੀ ਆਣਗੇ, ਜਿਹੜੇ ਗੁਰਸਿੱਖ ਬੰਦੇ ਆਣਗੇ, ਜਿਹੜੇ ਸਿੱਖੀ ਨੂੰ ਅੱਗੇ ਲੈ ਜਾਣ ਦੇਣਗੇ, ਤਾਂ ਉਹ ਘੱਟ ਤੋਂ ਘੱਟ ਬੰਦੇ ਦਾ ਕਰੈਕਟਰ ਜਾਂ ਦੇਖਣਾ ਚਾਹੀਦਾ ਕਿ ਬੰਦਾ ਕਿਵੇਂ ਦਾ ਹੈਗਾ, ਜੋ ਬੰਦਾ ਸਿੱਖੀ ਕੌਮ ਦੀ ਆਵਾਜ਼ ਉਠਾ ਰਿਹਾ ਹੈਗਾ। ਔਰ ਮੈਂ ਕਹਿਣਾ ਚਾਹੁੰਦਾ, ਜਦੋਂ ਇਹਨਾਂ ਨੇ 12 ਜੁਲਾਈ ਨੂੰ ਆਪਣਾ ਗੁਰਦੁਆਰਾ ਗੁਰੂ ਸਿੰਘ ਸਭਾ ਓਮ ਵਿਹਾਰੇ 'ਚ ਚੋਣ ਕਰਾਏ, ਉਦੋਂ ਮੋਂਟੀ ਜੀ ਪੂਰੀ ਤਰ੍ਹਾਂ ਨਾਲ ਖੜੇ ਹੋਏ ਸੀ। ਔਰ ਫੇਕ ਚੋਣ ਕਿਸ ਤਰ੍ਹਾਂ ਕਰਾਏ, ਮੈਨੂੰ ਬੜੀ ਹੱਸੀ ਆਉਂਦੀ ਹੈ ਕਿ ਉਹ ਖੁਦ ਉਹਨਾਂ ਚੋਣ ਕਮੇਟੀ ਦੇ ਅਧਿਕਸ਼ ਬਣੇ ਨੇ। ਸਾਡੇ ਕੋਲ ਉਹਨਾਂ ਦਾ ਪੂਰਾ ਲੈਟਰ ਹੈਗਾ, ਉਹਨਾਂ ਦੇ ਆਪਣਾ ਚੋਣ ਕਮੇਟੀ ਦੇ ਅਧਿਕਸ਼ ਬਣੇ ਨੇ। ਉਹ ਚੋਣ ਕਮੇਟੀ ਦੇ ਅੰਦਰ ਜਿਹੜੇ 5 ਮੈਂਬਰੀ ਕਮੇਟੀ ਬਣੀ ਗਈ, ਉਹ ਵੀ ਉਹਨਾਂ ਦੀ ਪੂਰੀ ਸਿੱਖ ਕਮੇਟੀ ਨਹੀਂ ਹੈਗੀ ਬਣੀ। ਔਰ ਦੂਸਰਾ ਗੱਲ ਹੈ ਕਿ ਉਹ ਕੋਈ ਸਾਂਝੀ ਕਮੇਟੀ ਨਹੀਂ ਬਣੀ, ਇੱਕ ਤਰਫਾ ਇਹਨਾਂ ਨੇ ਆਪਣੀ ਕਮੇਟੀ ਬਣਾਈ। ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਨਹੀਂ ਜਿੱਤ ਸਕਦੇ, ਇਹਨਾਂ ਨੇ ਸਾਨੂੰ 11 ਜੁਲਾਈ ਨੂੰ ਰਾਤ ਨੂੰ ਹਵਾਲਾ ਤੇ ਬੰਦ ਕਰਾ ਕੇ, ਰਾਤੀ ਸਾਨੂੰ ਹਵਾਲਾ ਤੇ ਬੰਦ ਕਰਾ ਕੇ ਕੇਸ ਪਰਚਾ ਪਾ ਦਿੱਤਾ ਸਾਡੇ 3 ਜਣਿਆਂ ਤੇ, ਆਪਣਾ ਮਨਜੀਤ ਸਿੰਘ ਮੇਰੇ ਔਰ ਆਪਣਾ ਜਤਿੰਦਰ ਸਿੰਘ ਮੰਨੀ ਤੇ। ਉਹਨਾਂ ਦੇ ਪਰਚਾ ਪਾਇਆ, ਸਾਰੀ ਰਾਤ ਸਾਨੂੰ ਬਾਅਦ ਸਵੇਰੇ ਉੱਠ ਕੇ ਇਹਨਾਂ ਨੇ ਚੋਣ ਕਰਾ ਲਿੱਤੇ। ਉਹ ਚੋਣ ਵਿੱਚ ਕੋਈ ਵੀ ਐਸਾ ਨਹੀਂ ਸੀ ਕਿ ਜਿਹੜਾ ਸਾਹਮਣੇ ਅਪੋਜੀਟ ਖੜਾ ਹੋਵੇ, ਅਸੀਂ ਹੈਗੇ ਸੀ ਉੱਥੇ। ਆਪਣੇ ਸਿੰਗਲ ਬੰਦੇ ਨੂੰ ਖੜਾ ਕਰਕੇ ਸਿੰਗਲ ਬੰਦੇ ਤੇ ਵੀ 1 ਨੰਬਰ ਤੇ ਵੋਟ ਪਾਣਾ, 1 ਨੰਬਰ ਤੇ ਵੋਟ ਪਾਣਾ। ਸਾਡੇ ਕੋਲ ਵੀਡੀਓ ਹੈਗੀ, ਉਹ ਸਾਰਾ ਕੁਝ ਇਹਨਾਂ ਨੇ ਕੀਤਾ ਹੈਗਾ, ਸਾਡੇ ਕੋਲ ਸਾਰੇ ਸਬੂਤ ਨੇ। ਉਸ ਇਸ ਤਰੀਕੇ ਇਹਨਾਂ ਦੇ ਬੰਦੇ ਦੇ ਜੋ ਮੋਂਟੀ ਜੀ ਇਸ ਤਰੀਕੇ ਨਾਲ ਸਾਰੇ ਸਕੀਮਾਂ ਲੜਾ ਕੇ ਕਰਾਉਂਦੇ ਨੇ, ਉਹ ਕੋਈ ਕਾਮਯਾਬੀ ਪਾਉਣ ਵਾਸਤੇ ਕਰਦੇ ਨੇ ਕਿ ਜਾਂ ਮਤਲਬ ਕਿ ਆਪਣੇ ਕੌਮ ਦੀ ਸੇਵਾ ਕਰਨ ਵਾਸਤੇ ਕਰਦੇ ਨੇ। ਨਾ ਤੇ ਕੌਮ ਦੀ ਸੇਵਾ, ਆਪਣੇ ਸਿਰਫ ਆਪਣਾ ਹੀ ਸਵਾਰਥ ਦੇਖਣ ਵਾਸਤੇ ਸਭ ਕਰਦੇ ਨੇ। ਔਰ ਮੈਂ ਇਸ ਤਰ੍ਹਾਂ ਦੀ ਇਹਨਾਂ ਨੂੰ ਅਗਰ ਕੋਈ ਇਸ ਤਰ੍ਹਾਂ ਦੇ ਹੁਣ ਵੱਡੇ ਚੋਣਾਂ 'ਚ ਖੜੇ ਹੁੰਦੇ ਨੇ, ਮੈਂ ਤੇ ਇਹਦਾ ਪੁਰਜੋਰ ਵਿਰੋਧ ਕਰਨਾ ਹੋਵੇਗਾ। ਬਿਲਕੁਲ ਕਿਸੇ ਕੀਮਤ ਤੇ ਵੀ ਨਹੀਂ ਚਾਹੁੰਦਾ ਕਿ ਸੰਗਤ ਇਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਸਨਮਾਨ ਦੇਵੇ ਜਾਂ ਵੋਟ ਪਾਵੇ ਜਾਂ ਆਪਣੇ ਘਰ ਬੁਲਾਵੇ। ਤਾਂ ਇਸ ਕਰਕੇ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਬਾਕੀ ਜੋ ਅੱਗੇ ਸਾਡੇ ਭਾਈ ਸਾਹਿਬ ਹਰਮੀਤ ਸਿੰਘ ਜੀ ਨੇ, ਉਹਨਾਂ ਨੇ ਵੀ ਹਰ ਤਰੀਕੇ ਨਾਲ ਆਪਣੀ ਕੋਸ਼ਿਸ਼ ਕਰਦੀ, ਲੇਕਿਨ ਉਹ ਆਪਣੇ ਆਪ ਨੂੰ ਬਾਜ਼ ਨਹੀਂ ਆਉਂਦੇ। ਬਾਕੀ ਜਿਸ ਤਰ੍ਹਾਂ ਹੁਣ ਅੱਗੇ ਕਮੇਟੀ ਜਿਵੇਂ ਕਰ ਰਹੀ ਹੈ, ਜਿਵੇਂ ਸਾਡੇ ਅੱਗੇ ਹੋਰ ਆਗੂ ਹੈਗੇ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੇ ਨਾਲ ਸਾਥ ਦੇਣ। ਅਸੀਂ ਉਹਨਾਂ ਨਾਲ ਮੁੰਡੇ ਪੂਰਾ ਹੁਣ ਜਿਹੜੀ ਸੰਗਤ ਨੇ ਤੁਹਾਡੀ ਇਸ ਗੱਲ ਦਾ ਇੱਕ ਆਵਾਜ਼ ਨੂੰ ਸਮੇਂ ਤੋਂ ਦੇਖ ਰਹੇ ਨੇ, ਹੁਣ ਸੰਗਤ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ? ਅਸੀਂ ਸੰਗਤ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ, ਜੋ ਦੇਖੋ ਅੱਜ ਦੀ ਡੇਟ ਵਿੱਚ ਅਗਰ ਜੋ ਸਾਹਮਣੇ ਖੜਾ ਹੁੰਦਾ, ਜੋ ਆਗੂ ਹੈਗੇ ਨੇ, ਉਹਨਾਂ ਨੂੰ ਦੇਖ ਕੇ ਚੁਣੋ। ਜੋ ਤੁਹਾਨੂੰ ਸਭ ਪਤਾ ਲੱਗ ਗਿਆ ਕਿ ਸਾਹਮਣੇ ਵਾਲਾ ਬੰਦਾ ਗਲਤ ਹੈਗਾ, ਤਾਂ ਕਿਸੇ ਕੀਮਤ ਤੇ ਵੀ ਉਸ ਬੰਦੇ ਨੂੰ ਵੋਟ ਨਾ ਦਿਵੋ। ਵੋਟ ਉਸੀ ਨੂੰ ਦਿਵੋ ਜਿਹੜਾ ਬੰਦਾ ਤੁਹਾਨੂੰ ਲੱਗੇ ਕਿ ਇਹ ਕੌਮ ਦੀ ਸੇਵਾ ਕਰ ਸਕਦਾ ਹੈ ਔਰ ਕੌਮ ਵਾਸਤੇ ਸਾਡੀ ਸੰਗਤ ਦੀ ਕੁਝ ਸਮੱਸਿਆਵਾਂ ਹੱਲ ਕਰ ਸਕਦਾ ਹੈ। ਅਸੀਂ ਕਿਸੇ ਕੀਮਤ ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈਗੇ ਕਿ ਸੰਗਤ ਕਿਸੇ ਤਰੀਕੇ ਨਾਲ ਵੀ ਕੋਈ ਗਲਤ ਆਗੂ ਨੂੰ ਚੁਣਨ। ਔਰ ਮੈਨੂੰ ਉਮੀਦ ਹੈ ਕਿ ਸੰਗਤ ਇਸ ਚੀਜ਼ ਨੂੰ ਸਮਝਣਗੇ ਔਰ ਅੱਗੇ ਇਸ ਚੀਜ਼ ਦਾ ਧਿਆਨ ਰੱਖਣਗੇ। ਆਉਣ ਵਾਲਾ ਟਾਈਮ ਜਿਹੜਾ ਆਉਣ ਵਾਲਾ ਚੋਣ 25 ਅਪ੍ਰੈਲ ਨੂੰ ਚੋਣ ਹੈਗੇ ਨੇ, ਉਹਨਾਂ ਵਿੱਚ ਬੜਾ ਹੀ ਸਮਝਦਾਰੀ ਨਾਲ ਚੱਲਣਾ ਪੈਣਾ ਹੈ। ਤੇ ਮੇਰੀ ਸੰਗਤ ਨੂੰ ਇਹ ਅਪੀਲ ਹੈ। ਵਾਹਿਗੁਰੂ।
ਹਾਂਜੀ ਅੱਜ ਮੱਲੀ ਜੀ ਆਪਣੀ ਪ੍ਰੈਸ ਕਾਨਫਰੰਸ ਰੱਖੀ ਅੱਜ ਤੁਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਤਿੰਦਰ ਸਿੰਘ ਮੰਨੀ ਉੱਤਮ ਨਗਰ ਤੋਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ, ਮੈਂ ਆਪਣੇ ਵਾਰਡ ਨੰਬਰ 30 ਦੀ ਵਿਕਾਸਪੁਰੀ ਦੀ ਸੰਗਤ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ, ਜਿਹੜੇ ਕਿ ਇਸ ਵਾਰਡ ਦੇ ਅੰਦਰ ਪੰਥਕ ਆਪਣੇ ਆਪ ਨੂੰ ਆਗੂ ਕਹਿਣ ਵਾਲੇ ਕੁਝ ਅਖੌਤੀ ਲੀਡਰ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਨੂੰ ਯੂਜ਼ ਕੀਤਾ, ਪਾਰਟੀਆਂ ਨੂੰ ਯੂਜ਼ ਕੀਤਾ ਔਰ ਗੁਰੂ ਤੱਕ ਨੂੰ ਯੂਜ਼ ਕੀਤਾ। ਮੈਂ ਅੱਜ ਉਹਨਾਂ ਦੇ ਬਾਰੇ ਕੁਝ ਸੰਗਤ ਦੇ ਨਾਲ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਤੇ ਪਿਛਲੇ ਸਮਾਂ ਕੁਝ ਟਾਈਮ ਪਹਿਲੇ 11 ਜੁਲਾਈ ਨੂੰ ਸਾਡੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਓਮ ਵਿਹਾਰ ਫੇਸ 1 ਵਿਖੇ ਕੁਝ ਐਸੀਆਂ ਗੱਲਾਂ ਹੋਈਆਂ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ। ਗੁਰੂ ਘਰ ਦੀ ਗੋਲਕ ਨੂੰ ਦੁਰਉਪਯੋਗ ਕੀਤਾ ਜਾ ਰਿਹਾ ਸੀ। ਗੁਰੂ ਘਰ ਦੇ ਇਲੈਕਸ਼ਨ ਨੂੰ ਬਿਨਾਂ ਕਿਸੇ ਪ੍ਰੋਸੀਜਰ ਦੇ ਇਨਲੀਗਲ ਤਰੀਕੇ ਨਾਲ ਕਰਾਇਆ ਜਾ ਰਿਹਾ ਸੀ। ਮੈਨੂੰ ਜਿੱਦਾਂ ਹੀ ਪਤਾ ਲੱਗਦਾ ਹੈ ਮੈਂ ਉਸ ਚੀਜ਼ ਨੂੰ ਨਾ ਬਰਦਾਸ਼ਤ ਕਰਦੇ ਹੋਏ ਗੁਰੂ ਘਰ ਪਹੁੰਚਦਾ ਹਾਂ, ਕਿਉਂਕਿ ਗੁਰੂ ਘਰ ਹਰ ਸਿੱਖ ਦਾ ਸਾਂਝਾ ਵੀ ਹੈ ਔਰ ਉਸ ਦਾ ਫਰਜ਼ ਵੀ ਬਣਦਾ ਹੈ ਬਤੌਰ ਹੈ ਸਿੱਖ ਕਿ ਜੇ ਗੁਰੂ ਘਰ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਤੇ ਅਸੀਂ ਜਾ ਕੇ ਉੱਥੇ ਹਾਂ ਦਾ ਨਾਰਾ ਮਾਰੀਏ। ਤੇ ਗੁਰੂ ਘਰ ਦੇ ਵਿੱਚ ਥੋੜਾ ਟਾਈਮ ਪਹਿਲੇ ਹੀ ਸਰਦਾਰ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਜੋ ਕਹਾਣੀਆਂ ਚੱਲ ਰਹੀਆਂ ਸੀ, ਜਿਵੇਂ ਗੁਰੂ ਘਰ ਦੀ ਗੁਲਕ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਸੀ ਔਰ ਸੰਗਤ ਦੇ ਨਾਲ ਜਿਹੜੀ ਬਦਸਲੂਕੀ ਕੀਤੀ ਜਾ ਰਹੀ ਸੀ, ਤੇ ਮੈਂ ਉਹ ਦੇਖਦੇ ਹੋਏ ਗੁਰੂ ਘਰ ਪਹੁੰਚਿਆ ਤੇ ਮੈਂ ਦੇਖਦਾ ਹਾਂ ਉਸ ਗੁਰੂ ਘਰ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਮੌਂਟੀ ਜੋ ਕਿ ਆਪਣੇ ਆਪ ਨੂੰ ਪੰਥਕ ਆਗੂ ਕਹਿੰਦੇ ਨੇ। ਮੈਂ ਉਹਨਾਂ ਨੂੰ ਪੰਥਕ ਆਗੂ ਨਹੀਂ ਸਮਝਦਾ। ਉਹਦਾ ਇੱਕ ਰੀਜ਼ਨ ਹੈ, ਕਿਉਂਕਿ ਪੰਥਕ ਆਗੂ ਉਹ ਹੁੰਦਾ ਹੈ, ਆਗੂ ਸਭ ਤੋਂ ਪਹਿਲਾਂ ਉਹ ਹੁੰਦਾ ਹੈ ਜਿਹੜਾ ਨਾਨਕ ਦੀ ਤਗੜੀ ਨੂੰ ਬਰਾਬਰ ਤੋਲੇ, ਜਿਹੜੀ ਸੰਗਤ ਹੈ ਉਹਨੂੰ ਸੰਗਤ ਸਮਝੇ ਔਰ ਜਿਹੜਾ ਗੁਰੂ ਘਰ ਦਾ ਜਿਹੜਾ ਦੋਸ਼ੀ ਹੈ ਉਹਨੂੰ ਦੋਸ਼ੀ ਕਹੇ। ਮਗਰ ਐਦਾਂ ਦਾ ਕੁਝ ਸਮਝਿਆ ਨਹੀਂ, ਨਾ ਉਹਨੇ ਕੀਤਾ ਔਰ ਨਾ ਹੀ ਉਹ ਕਰੂਗਾ, ਕਿਉਂਕਿ ਉਹਨੇ ਤੇ ਆਪਣੇ ਸਵਾਰਥ ਲਈ ਸਭ ਕੁਝ ਕੀਤਾ। ਅੱਜ ਤੱਕ ਜਿਹੜੀ ਵੀ ਪ੍ਰੋਪਰਟੀਆਂ ਬਣਾਈਆਂ ਨੇ, ਕੁਝ ਵੀ ਕੀਤਾ ਉਹਨੇ ਆਪਣੇ ਸਵਾਰਥ ਲਈ ਕੀਤਾ ਔਰ ਮੈਂ ਡੰਕੇ ਚੋਟ ਤੇ ਕਹਾਂਗਾ ਕਿਉਂਕਿ ਮੈਂ ਭੋਗੀ ਹਾਂ। ਮੇਰੇ ਨਾਲ ਸਰਦਾਰ ਹਰਜੀਤ ਸਿੰਘ ਜੀ ਭੋਗੀ ਨੇ ਔਰ ਸਰਦਾਰ ਮਨਜੀਤ ਸਿੰਘ ਜੀ ਕਿ ਗੁਰਦੁਆਰੇ ਦੇ ਵਿੱਚ ਜੋ ਵੀ ਗੁੱਲਕ ਦਾ ਚੱਲ ਰਿਹਾ ਸੀ, ਹੇਰ ਫੇਰ ਚੱਲ ਰਿਹਾ ਸੀ, ਉਹਦੇ ਕਰਕੇ ਸਰਦਾਰ ਇੰਦਰਜੀਤ ਸਿੰਘ ਮੌਂਟੀ ਜੀ ਆਉਂਦੇ ਨੇ 11 ਜੁਲਾਈ ਨੂੰ ਸਾਡੇ ਗੁਰਦੁਆਰੇ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਦੇ ਵਿੱਚ ਮੈਂ ਵੀ ਸ਼ਾਮਿਲ ਹੁੰਦਾ ਹਾਂ। ਮਗਰ ਉੱਥੇ ਮੈਂ ਦੇਖਦਾ ਹਾਂ ਕਿ ਮੀਟਿੰਗ ਤੋਂ ਇਸ ਤਰੀਕੇ ਨਾਲ ਰੱਖੀ ਗਈ ਹੈ ਕਿ ਬਿਨਾਂ ਕਿਸੇ ਦੀ ਸੰਗਤ ਦੀ ਸਹਿਮਤੀ ਨਾਲ, ਬਿਨਾਂ ਕਿਸੇ ਪ੍ਰੋਸੀਜਰ ਦੇ ਨਾਲ ਉੱਥੇ ਸਰਦਾਰ ਓਮਕਾਰ ਸਿੰਘ ਜੀ ਨੂੰ, ਜੋ ਕਿ ਸਰਦਾਰ ਇੰਦਰਜੀਤ ਸਿੰਘ ਜੀ ਦੇ ਅੱਗੇ ਪਿੱਛੇ ਲੱਗ ਕੇ ਸਾਰਾ 2 ਨੰਬਰ ਦਾ ਕੰਮ ਕਰਵਾਉਂਦੇ ਨੇ। ਗੁਰੂ ਘਰ ਦੇ ਵਿੱਚ ਗੁਲਕਾ ਲੁੱਟਦੇ ਨੇ, ਗੁਰੂ ਘਰ ਦਾ ਰਾਸ਼ਨ ਲੁੱਟਦੇ ਨੇ ਔਰ ਕੱਲ ਹੀ ਮੈਨੂੰ ਗੱਲ ਵੀ ਪਤਾ ਲੱਗੀ ਹੈ ਗੁਰੂ ਘਰ ਦੀ ਕਿ ਗੁਰੂ ਘਰ ਦੇ ਵਜ਼ੀਰ ਨੂੰ ਰਾਸ਼ਨ ਤੱਕ ਨਹੀਂ ਦੇ ਰਹੇ। ਤੇ ਦੱਸੋ ਐਸੇ ਆਗੂ ਨੂੰ ਅਸੀਂ ਕੀ ਕਰਨਾ ਹੈ? ਚਟਣਾ ਹੈ? ਐਸੇ ਪ੍ਰਧਾਨ ਨੂੰ ਅਸੀਂ ਕੀ ਕਰਨਾ ਹੈ? ਤੇ ਉਸ ਦਿਨ ਜੋ ਵੀ ਗੁਰੂ ਘਰ ਦੇ ਵਿੱਚ ਮੀਟਿੰਗ ਹੋਈ, ਮੀਟਿੰਗ ਕਹਿਣ ਦੀ ਹੁੰਦੀ ਹੈ ਮਗਰ ਜਿੱਥੇ ਸਾਡਾ ਗੁਰੂ ਮਹਾਰਾਜ ਪ੍ਰਕਾਸ਼ ਹੋਵੇ ਉਹਦੇ ਵਿੱਚ ਇੰਨਾ ਹੱਲਾ ਬੱਚੇ चिल्लान और आगू ही सब तो ज़्यादा चिल्ला रहे थे कि नहीं जी नहीं असी इलैक्शन ऐसा नहीं कराना। मैं क्या नहीं जी सरदार इंदर सिंह मौंटी जी तुसी 15 साल इस वार्ड के सीनियर मैंबर रहे हो, ਐਗਜ਼ੀਕਿਊਟਿਵ ਮੈਂਬਰ ਰਹੇ ਹੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ। ਮਗਰ ਇੰਦਰ ਸਿੰਘ ਜੀ ਮੌਂਟੀ ਤੋਂ ਆਪਣੀ ਹੀ ਹਵਾ ਦੇ ਅੰਦਰ ਸੀਗੇ, ਆਪਣੀ ਮਸਤੀ ਦੇ ਅੰਦਰ ਸੀਗੇ। ਉਹਨਾਂ ਨੂੰ ਇੰਨੀ ਹੋਮੇ ਹੈ ਆਪਣੇ ਨਾਮ ਦੀ ਕਿ ਜਿਵੇਂ ਪਤਾ ਨਹੀਂ ਹੈ ਮੋਦੀ ਤੋਂ ਵੀ ਬਹੁਤ ਅੱਗੇ ਨੇ। ਔਰ ਇਹਨਾਂ ਨੇ ਮੈਨੂੰ ਧਮਕੀਆਂ ਦਿੰਦੇ ਹੋਏ ਉੱਥੇ ਕਿਹਾ ਕਿ ਤੂੰ ਚੁੱਪ ਰਹਿ, ਤੈਨੂੰ ਕੁਛ ਨਹੀਂ ਪਤਾ, ਤੇਰੇ ਵਰਗੇ 36 ਆਉਂਦੇ ਨੇ। ਤੇ ਉਹਨਾਂ ਨੇ ਸਰਦਾਰ ਓਮਕਾਰ ਸਿੰਘ ਨੂੰ ਸਰੋਪਾ ਪਾਉਣ ਦੀ ਬੜੀ ਕੋਸ਼ਿਸ਼ ਕੀਤੀ। ਮਗਰ ਉੱਥੇ ਗੁਰੂ ਨਾਨਕ ਦੀ ਐਸੀ ਖੇਲ ਵਰਤੀ ਕਿ ਸੰਗਤ ਉੱਠ ਕੇ खुद माइक फड़ के संगत ने ऐलान किया कि जो गुरु घर का चुनाव का प्रोसीजर है वो 14 दिन का होंगे। 14 दिन का टाइम संगत को दिता जाए, वो जो भी प्रोसीजर होएगा जो पेपर वर्क होएगा वो किया जाएगा। तो ਉਹਦਾ गर्म माहौल देख के सरदार इंदरजीत सिंह मौंटी ने देखा कि संगत हुण मेरे हवाले ही हो चुकी है, जो कि मैं अपने स्वार्थ लिए इत्थे आया सी। हुण यह ना होए कि मैं इधरों छित्तर खा के जावां। तो उन्होंने उत्थे बाजी पलट दी जो कि उन्हों का पुराना पेशा है। तो उन्होंने कहा कि 14 दिन का टाइम देने संगत नूं, 14 दिन के जो प्रोसीजर गुरु घर की कमेटी के इलैक्शन का होंदा वो किया जाएगा। तो वह 14 दिन के जो उस गुरु घर के जो ड्रामे करवाए सरदार इंदरजीत सिंह मौंटी ने, सरदार जसविंदर सिंह जस्सी ने जिहड़ा कि कुरुक्षेत्र भज गया गुरु घर के पैसे खा के, पेटीएम का अकाउंट बना के अपने अकाउंट के अंदर गुरु घर के पैसे ट्रांसफर करा के अज तक उन्हें कोई हिसाब नहीं दिता। और यह हिसाब असीं उहदे तों लांगे, असीं आने वाले टाइम के अंदर उसकी रिपोर्ट भी करावांगे, FIR भी करावांगे और उन्हें हिसाब देना पेगा, क्योंकि ये गुरु नानक घर की गुल्लक है, किसी के प्यो की जगीर नहीं है। और सरदार ओमकार सिंह
ਔਰ ਉਹਨਾਂ ਦਾ ਬੇਟਾ ਸਰਦਾਰ ਦਿਲਪ੍ਰੀਤ ਸਿੰਘ, ਸਰਦਾਰ ਭੁਪਿੰਦਰ ਸਿੰਘ ਲਵ, ਔਰ ਉਹਨਾਂ ਦੀ ਓਮਕਾਰ ਸਿੰਘ ਜੀ ਦੀ ਵਾਈਫ ਪਿੰਕੀ, ਔਰ 2-4 ਬੰਦੇ ਹੋਰ ਉਹਨਾਂ ਦੇ ਨਾਲ, ਜਿਹੜੇ ਕਿ ਮੋਂਟੀ, ਜਿਨ੍ਹਾਂ ਨੂੰ ਪਿੱਛੋਂ ਦੀ ਪੂਰੀ ਸਪੋਰਟ ਕਰ ਰਹੇ ਸੀ। ਤੁਸੀਂ ਲੜੋ, ਤੁਸੀਂ ਮਾਰੋ, ਤੁਸੀਂ ਕੁੱਟੋ, ਮੈਂ ਤੁਹਾਡੇ ਪਿੱਛੇ ਬੈਠਾ ਵਾਂ, ਥਾਣੇ ਤੱਕ ਗੱਲ ਜਾਏਗੀ, ਅਸੀਂ ਥਾਣੇ ਤੱਕ ਵੀ ਪਹੁੰਚਾਂਗੇ। ਔਰ ਉਹਨਾਂ ਨੇ ਉਹੀ ਗੱਲ ਕੀਤੀ। 12 ਜੁਲਾਈ ਨੂੰ ਗੁਰੂ ਘਰ ਦੇ ਇਲੈਕਸ਼ਨ ਸੀਗੇ। 12 ਜੁਲਾਈ ਨੂੰ ਜਦੋਂ ਇਲੈਕਸ਼ਨ ਸੀਗੇ ਤੇ 11 ਜੁਲਾਈ ਦੀ ਸ਼ਾਮ ਨੂੰ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਹਾਂ। ਸਾਡੀ ਪਾਰਟੀ ਦੇ ਦਿੱਲੀ ਸਟੇਟ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਸੰਧੂ ਜੀ, ਉਹਨਾਂ ਨੇ ਆਪਣੀ ਟੀਮ ਸਾਡਾ ਬੜਾ ਸਾਥ ਦਿੱਤਾ ਤੇ ਗੁਰੂ ਘਰ ਆਏ। ਉਹ ਗੁਰੂ ਘਰ ਇਸ ਕਰਕੇ ਆਏ ਸੀ, ਜੋ ਕਿ ਗੁਰੂ ਘਰ ਦਾ ਪ੍ਰੋਸੀਜਰ ਹੈ, ਜਿਹੜਾ ਇਲੈਕਸ਼ਨ ਦਾ ਪ੍ਰੋਸੀਜਰ ਹੈ, ਉਹ ਪ੍ਰੋਸੀਜਰ ਦੇਖੋ ਤੇ ਸੰਗਤ ਦੀ ਸਹਿਮਤੀ ਨਾਲ ਜਿਹੜੀ ਵੀ ਕਮੇਟੀ ਗੁਰੂ ਘਰ ਦੇ ਵਿੱਚ ਇਲੈਕਸ਼ਨਾਂ ਦੇ ਦਿਨ ਵਿੱਚ ਬੈਠੇਗੀ, ਉਹ ਆਪਣੀ ਸਹਿਮਤੀ ਦੇ ਨਾਲ ਉਸ ਪੇਪਰ ਦੇ ਉੱਤੇ ਸਾਈਨ ਕਰੇਗੀ। ਤੇ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਉਸ ਦਿਨ ਉਹਨਾਂ ਨੇ ਨਾ ਹੀ ਸੰਗਤ ਦੀ ਸੁਣੀ। ਮੈਂ ਸਰਦਾਰ ਓਮਕਾਰ ਸਿੰਘ ਜੀ ਦੀ ਗੱਲ ਕਰ ਰਿਹਾ, ਜਿਨ੍ਹਾਂ ਨੂੰ ਮੋਂਟੀ ਜੀ ਨੇ ਸਰੋਪਾ ਪਾ ਕੇ ਜਾਲੀ ਵੋਟ ਪਵਾ ਕੇ ਹੁਣ ਜਿੱਥੇ ਆਪਣਾ ਪ੍ਰਧਾਨ ਥਾਪਿਆ, ਤੇ ਉਸ ਦਿਨ ਉਸ ਗੁਰੂ ਘਰ ਦਾ ਮਾਹੌਲ ਐਦਾਂ ਦਾ ਕਰਤਾ, ਸੰਗਤ ਦੇ ਵਿੱਚ ਦਹਿਸ਼ਤ ਪਾਤੀ, ਲੜਾਈ ਝਗੜਾ ਕਰਕੇ ਕਿਰਪਾਨ ਮਾਰਤੀ ਜੀ, ਅਫਵਾਹ ਫੈਲਾ ਰਹੇ ਨੇ ਕਿਰਪਾਨ ਮਾਰਤੀ, ਮੇਰੇ ਉੱਤੇ ਐਲੀਗੇਸ਼ਨ ਲਗਾ ਰਹੇ ਹੈ ਜੀ ਕਿ ਮੈਂ ਆਪਣੀ ਗੱਡੀ ਦੇ ਵਿੱਚ ਤੀਰ ਰੱਖ ਕੇ ਲੈ ਕੇ ਆਇਆ ਵਾਂ ਔਰ ਮੈਂ ਬੀਬੀਆਂ ਨੂੰ ਗਾਲਾਂ ਕੱਢ ਰਿਹਾ ਵਾਂ। ਤੇ ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਮੈਂ ਇੰਨਾ ਸਭ ਕੁਝ ਕਰ ਰਿਹਾ ਤੇ ਤੁਸੀਂ ਪ੍ਰੂਫ ਕਿਉਂ ਨਹੀਂ ਰੱਖਦੇ ਹੋ? ਤੁਸੀਂ ਪ੍ਰੂਫ ਰੱਖੋ। ਮੈਂ ਤਾਂ ਮੋਂਟੀ ਜੀ ਨੂੰ ਓਪਨ ਕਹਿ ਰਿਹਾ, ਪਿਛਲੇ 6 ਮਹੀਨੇ ਤੋਂ ਕਹਿ ਰਿਹਾ ਕਿ ਓਪਨ ਡਿਬੇਟ ਰੱਖ ਲਓ, ਚੈਨਲ ਤੁਹਾਡਾ ਹੋਏਗਾ, ਖਰਚਾ ਮੇਰਾ ਹੋਏਗਾ, ਜਗ੍ਹਾ ਤੁਹਾਡੀ ਹੋਏਗੀ। ਤੁਸੀਂ ਫੇਰ ਵੀ ਨਹੀਂ ਆਉਂਦੇ ਕਿਉਂਕਿ ਤੁਸੀਂ ਝੂਠੇ ਹੋ, ਤੁਸੀਂ ਸੰਗਤ ਨੂੰ ਡਰਾਉਂਦੇ ਹੋ, ਤੁਸੀਂ ਯੂਥ ਨੂੰ ਅੱਗੇ ਵਧਣ ਨਹੀਂ ਦਿੰਦੇ। ਜਿਹੜਾ ਯੂਥ ਕੌਮ ਦੀ ਸੇਵਾ ਕਰਨਾ ਚਾਹੁੰਦਾ ਹੈ ਨਿਸਵਾਰਥ, ਤੁਸੀਂ ਉਹਨੂੰ ਅੱਗੇ ਨਹੀਂ ਵਧਣਾ ਚਾਹੁੰਦੇ, ਕਿਉਂਕਿ ਯੂਥ ਜਦੋਂ ਅੱਗੇ ਆਏਗਾ ਨਾ ਤੁਹਾਡੀ ਮੰਜੀ ਠੋਕੇਗਾ, ਕਿਉਂਕਿ ਤੁਸੀਂ ਗੁਰੂ ਘਰ ਦੀ ਸੰਗਤ ਨੂੰ ਲੁੱਟਦੇ ਹੋ, ਗੁਰੂ ਘਰ ਦੀ ਚੇਅਰਮੈਨੀ ਦੇ ਭੁੱਖੇ ਹੋ। ਕਦੀ ਕਦੀ ਤੁਸੀਂ ਸਰਨਾ ਨੂੰ ਗਾਲਾਂ ਕੱਢਦੇ ਹੋ, ਕਦੀ ਤੁਸੀਂ ਜੀਕੇ ਨੂੰ ਗਾਲਾਂ ਕੱਢਦੇ ਹੋ। ਥੋੜੇ ਦਿਨ ਪਹਿਲੇ ਤੁਸੀਂ ਜਦੋਂ ਲਾਸਟ ਟਾਈਮ ਇਲੈਕਸ਼ਨਾਂ 'ਚ ਖੜੇ ਹੋਏ ਸੀਗੇ ਪੰਥਕ ਸੇਵਾ ਦਲ ਟਰੈਕਟਰ ਦੇ ਚੋਣ ਨਿਸ਼ਾਨ ਤੋਂ, ਤੁਸੀਂ ਜੀਕੇ ਨੂੰ ਵੀ ਗਾਲਾਂ ਕੱਢ ਰਹੇ ਸੀ, ਤੁਸੀਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਗਾਲਾਂ ਕੱਢ ਰਹੇ ਸੀ, ਤੁਸੀਂ ਤੇ ਇਹ ਵੀ ਕਹਿ ਰਹੇ ਸੀ ਕਿ ਅਕਾਲੀਆਂ ਨੂੰ ਕਿਤੇ ਥਾਂ ਨਾ ਦਿਓ, ਬਾਦਲਾਂ ਨੂੰ ਕਿਤੇ ਥਾਂ ਨਾ ਦਿਓ, ਇਹ ਆਰਐਸਐਸ ਦੇ ਕੁੱਤੇ ਨੇ, ਇਹ ਬੀਜੇਪੀ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ। ਅੱਜ ਤੁਸੀਂ ਉਹਨਾਂ ਦੀ ਝੋਲੀ ਜਾ ਕੇ ਬਹਿ ਗਏ ਹੋ। ਤੁਸੀਂ ਕੌਣ ਹੁੰਦੇ ਹੋ ਆਵਾਜ਼ ਕੌਮ ਦਾ ਖਿਤਾਬ ਦੇਣ ਵਾਲੇ? ਆਵਾਜ਼ ਕੌਮ ਕੱਲੀ ਤੁਹਾਡੀ ਨਹੀਂ ਹੈ, ਸਾਡੇ ਤੋਂ ਪੁੱਛੋ। ਸਾਡੀ ਸੰਗਤ ਦੀ ਮਨਜ਼ੂਰੀ ਹੋਏਗੀ, ਅਸੀਂ ਉਹਨੂੰ ਆਵਾਜ਼ ਕੌਮ ਦਾਂਗੇ। ਫਿਰ ਉਹਦੇ ਬਾਅਦ ਮੈਂ ਗੱਲ ਅੱਗੇ ਦੀ ਕਰਨਾ ਚਾਹਾਂਗਾ। ਚੋਣ ਦਾ ਜਦੋਂ ਦਿਨ ਆਇਆ, ਉਸ ਤੋਂ ਸ਼ਾਮ ਨੂੰ ਇੱਕ ਦਿਨ ਪਹਿਲੇ ਗੁਰੂ ਘਰ ਦੇ ਵਿੱਚ ਪੁਲਿਸ ਬੁਲਾਈ ਗਈ। ਪੁਲਿਸ ਬੁਲਾ ਕੇ ਸਰਦਾਰ ਹਰਜੀਤ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ ਸਾਬਕਾ ਕੈਸ਼ੀਅਰ ਗੁਰਦੁਆਰਾ ਓਮ ਬਿਹਾਰ ਫੇਸ 1 ਔਰ ਸਰਦਾਰ ਹਰਜੀਤ ਸਿੰਘ ਜੀ ਸਾਬਕਾ ਪ੍ਰਧਾਨ ਗੁਰਦੁਆਰਾ ਫੇਸ 1 ਉੱਤਮ ਨਗਰ ਬਿਆਲਾ ਕਲੋਨੀ, ਔਰ ਦਾਸ ਜਤਿੰਦਰ ਸਿੰਘ ਉੱਤਮ ਨਗਰ ਤੋਂ, ਸਾਨੂੰ ਤਿੰਨਾਂ ਨੂੰ ਅੰਦਰ ਕਰਾ ਦਿੱਤਾ। ਔਰ ਸਾਡੇ ਤੇ ਪਰਚਾ ਕੀ ਠੋਕਿਆ ਗਿਆ ਕਿ ਇਹਨਾਂ ਨੇ ਗੁਰੂ ਘਰ ਦਾ ਮਾਹੌਲ ਖਰਾਬ ਕੀਤਾ ਹੈ ਤੇ ਇਹ ਗੁਰੂ ਘਰ ਦੇ ਵਿੱਚ ਹਿੰਦੂ ਸਿੱਖਾਂ ਦੀ ਲੜਾਈ ਕਰਾਉਣਾ ਚਾਹੁੰਦੇ ਨੇ। ਮੈਂ ਮੋਂਟੀ ਜੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ, ਹਿੰਦੂ ਸਿੱਖ ਵਾਲਾ ਮੈਟਰ ਤਾਂ ਤੁਸੀਂ ਕਰਵਾਤਾ ਉੱਥੇ, ਨੌਨ ਸਿੱਖਾਂ ਦਾ ਜੋ ਆਪਣਾ ਗੁਰਦੁਆਰਾ ਐਕਟ ਕਹਿੰਦਾ ਹੈ, ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ, ਮਗਰ ਸਾਨੂੰ ਸ਼ਰਮ ਆਉਂਦੀ ਹੈ ਸਾਡੇ ਆਗੂਆਂ ਨੂੰ ਗੁਰਦੁਆਰੇ ਦਾ ਐਕਟ ਹੀ ਨਹੀਂ ਪਤਾ। ਇਹ ਕਹਿੰਦੇ ਨੇ ਅਸੀਂ 15 ਸਾਲ ਦੇ ਐਕਸੀਕਿਊਟਿਵ ਮੈਂਬਰ ਰਹੇ ਨੇ, ਅਸੀਂ ਚੇਅਰਮੈਨ ਰਹੇ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ। ਮੈਂ ਕਿਹਾ ਜੀ ਗੁਰੂ ਘਰ ਦਾ ਜਿਹੜਾ ਗੁਰਦੁਆਰਾ ਐਕਟ ਹੈ 1971 ਜਿਹੜਾ ਪਾਰਲੀਮੈਂਟ ਤੋਂ ਪਾਸ ਹੋਇਆ, ਉਹਦੇ ਵਿੱਚ ਸਾਨੂੰ ਅਧਿਕਾਰ ਦਿੱਤਾ ਹੈ ਕਨਸਟੀਟਿਊਸ਼ਨ ਨੇ ਕਿ ਗੁਰਦੁਆਰੇ ਦੇ ਇਲੈਕਸ਼ਨਾਂ ਦੇ ਵਿੱਚ ਸਿਰਫ ਸਿੱਖ ਹੀ ਵੋਟ ਪਾ ਸਕਦਾ ਹੈ। ਔਰ ਸਰਦਾਰ ਇੰਦਰਜੀਤ ਸਿੰਘ ਮੋਂਟੀ ਜੀ ਨੇ ਤੁਹਾਨੂੰ ਪੂਰੇ ਵਾਰਡ ਨੰਬਰ 30 ਦੇ ਵਿੱਚ ਬਿਆਲਾ ਕਲੋਨੀ ਦੇ ਵਿੱਚ ਓਮ ਬਿਹਾਰ ਫੇਸ 1 ਗੁਰਦੁਆਰੇ ਦੇ ਪੈਨਲ ਦੇ ਵਿੱਚ ਤੁਹਾਨੂੰ 5 ਸਿੱਖ ਨਹੀਂ ਮਿਲੇ। ਤੁਸੀਂ ਐਦਾਂ ਦੀ ਹਰਕਤ ਖੇਲ ਕੇ ਤੁਸੀਂ ਸਾਨੂੰ ਹੀ ਜੇਲ੍ਹ ਕਰਾ ਦਿੱਤੀ। ਸ਼ਾਮ ਨੂੰ ਸਾਨੂੰ ਜੇਲ੍ਹ ਹੋ ਜਾਂਦੀ ਹੈ ਤੇ ਮੈਨੂੰ ਕੁੱਟਿਆ ਵੀ ਜਾਂਦਾ ਹੈ, ਮੈਨੂੰ ਮਾਰਿਆ ਵੀ ਜਾਂਦਾ ਹੈ, ਮੇਰੀ ਮਾਂ ਨੂੰ ਗਾਲਾਂ ਵੀ ਕੱਢ ਕੇ ਆਂਦਾ ਹੈ ਇਹ ਸ਼ਖਸ ਜਿਹੜਾ ਆਪਣੇ ਆਪ ਨੂੰ ਪੰਥਕ ਆਗੂ ਕਹਿੰਦਾ ਸਰਦਾਰ ਇੰਦਰਜੀਤ ਸਿੰਘ ਮੋਂਟੀ। ਔਰ ਮੇਰੇ ਘਰ ਹਰਾਸ ਕਰਨ ਲਈ ਪੁਲਿਸ ਵੀ ਭੇਜੀ ਜਾਂਦੀ ਹੈ। ਹੁਣ ਤੱਕ ਪੁਲਿਸ ਆਈ ਹੈ, ਪਿਛਲੇ ਮਹੀਨੇ ਤੱਕ ਵੀ ਪੁਲਿਸ ਆਈ ਹੈ, ਪਤਾ ਨਹੀਂ ਕਿਸ ਕੇਸ ਤੇ ਆ ਜਾਂਦੀ ਹੈ, ਮੈਨੂੰ ਖੁਦ ਨਹੀਂ ਪਤਾ। ਮਗਰ ਇਹ ਕਹਿੰਦੇ ਨੇ ਕਿ ਤੁਹਾਡਾ ਕੇਸ ਚੱਲ ਰਿਹਾ ਸੀ, ਉਹਦਾ ਕੀ ਹੋਇਆ? ਅਰੇ ਕੇਸ ਤੇ ਖਤਮ ਹੋ ਗਿਆ, ਅਸੀਂ ਤੇ ਬਰੀ ਹੋ ਗਏ, ਖਤਮ ਹੋ ਗਿਆ ਕੇਸ, ਫਿਰ ਕਾਹਤੋਂ ਸਾਨੂੰ ਅਰੈਸਟ ਕਰਦੇ ਹੋ? ਤੇ ਉਹਦੇ ਵਿੱਚ ਮੈਂ ਜਦੋਂ ਉਸ ਸ਼ਾਮ ਨੂੰ ਜਦੋਂ ਸਰਦਾਰ ਰਵਿੰਦਰ ਸਿੰਘ ਸੰਧੂ ਜੀ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਆਉਂਦੀ ਹੈ, ਉਹਨਾਂ ਨੇ ਉਹਨਾਂ ਨਾਲ ਵੀ ਬੜੀ ਮਤਲਬ ਡਿਸਰਿਸਪੈਕਟ ਕੀਤੀ, ਉਹਨਾਂ ਦੀ ਰਿਸਪੈਕਟ ਨਹੀਂ ਕੀਤੀ ਔਰ ਪੁਲਿਸ ਥਾਣੇ ਸਾਨੂੰ ਪੁਲਿਸ ਲੈ ਗਈ। ਉਹਦੇ ਵਿੱਚ ਅਸੀਂ ਫਿਰ ਫੋਨ ਕਰਦੇ ਹਾਂ ਸਰਦਾਰ
ਹਰਮੀਤ ਸਿੰਘ ਜੀ ਖਾਨਪੁਰੀ, ਫਿਰ ਉਹ ਆਉਂਦੇ ਨੇ, ਉਹਨਾਂ ਨੂੰ ਵੀ ਸਰਦਾਰ ਇੰਦਰਜੀਤ ਸਿੰਘ ਮੌਂਟੀ ਜੀ ਕਹਿੰਦੇ ਨੇ ਕਿ ਤੁਸੀਂ ਵਿੱਚ ਨਾ ਪਾਓ, ਇਹ ਸਾਡਾ ਆਪਸੀ ਮੈਟਰ ਹੈ। ਮਗਰ ਐਜ਼ ਅ ਸਿੱਖ ਹੋਣ ਦੇ ਨਾਤੇ ਸਰਦਾਰ ਹਰਮੀਤ ਸਿੰਘ ਜੀ ਨੇ ਕਿਹਾ ਤੁਹਾਡਾ ਆਪਣਾ ਮੈਟਰ ਨਹੀਂ ਹੈ, ਗੁਰੂ ਘਰ ਦਾ ਮੈਟਰ, ਉਹ ਗੁਰੂ ਘਰ ਸਭ ਦਾ ਸਾਂਝਾ ਹੈ। ਮੈਂ ਇਹ ਜਿਹੜਾ ਗੁਰੂ ਘਰ ਦੇ ਵਿੱਚ ਜਿਹੜਾ ਬਦਸਲੂਕੀ ਹੋ ਰਹੀ ਹੈ ਮੈਂ ਬਿਲਕੁਲ ਨਹੀਂ ਹੋਣ ਦਾਂਗਾ। ਕਿਤੇ ਨਾ ਕਿਤੇ ਸਰਦਾਰ ਇੰਦਰਜੀਤ ਸਿੰਘ ਦੀ ਮਨਸ਼ਾ ਇਹ ਸੀਗੀ ਕਿ ਇਹਨਾਂ ਦੀ ਤਿੰਨਾਂ ਦੀ ਆਵਾਜ਼ ਦਬਾ ਦਈਏ ਤੇ ਗੁਰੂ ਘਰ ਦੇ ਉੱਤੇ ਕਬਜ਼ਾ ਕਰਾ ਕੇ, ਆਪਣੇ ਹੀ ਬੰਦਿਆਂ ਕੋਲੋਂ ਕਬਜ਼ਾ ਕਰਾ ਕੇ, ਕੁਝ ਆਪਣੇ ਚੰਦ ਵੋਟਾਂ ਦੇ ਲਈ ਗੁਰੂ ਦੀ ਗੁੱਲਕ ਲੁੱਟਦੀ ਹੈ, ਲੁੱਟਦਾ ਹੀ ਰਹੇ, ਗੁਰੂ ਘਰ ਦੀ ਬੇਇੱਜ਼ਤੀ ਹੁੰਦੀ ਰਹੇ, ਮਗਰ ਉਹਨਾਂ ਦੀ ਪ੍ਰਾਪਰਟੀ ਬਣ ਰਹੀ ਹੈ ਨਾ, ਉਹਨਾਂ ਨੂੰ ਤੇ ਵੋਟ ਪੈ ਰਹੇ ਨੇ, ਉਹਨਾਂ ਨੂੰ ਚੇਅਰਮੈਨ ਦੇ ਪੈਸੇ ਮਿਲ ਰਹੇ ਨੇ, ਉਹਨਾਂ ਨੇ ਤੇ ਆਪਣਾ ਫਾਇਦਾ ਦੇਖਣਾ ਹੈ। ਔਰ ਰਾਤੀ 12:30 ਵਜੇ ਸਰਦਾਰ ਇੰਦਰ ਸਿੰਘ ਜੀ ਮੌਂਟੀ ਥਾਣੇ ਆਉਂਦੇ ਨੇ। ਥਾਣੇ ਆ ਕੇ ਮੇਰੀ ਮਾਂ ਬਾਹਰ ਰੋਂਦੀ ਪਿੱਟਦੀ ਰਹਿੰਦੀ ਹੈ ਕਿਉਂਕਿ ਉਹਦਾ ਪੁੱਤਰ ਅੰਦਰ ਬੰਦ ਸੀ। ਮੇਰੀ ਮਾਂ BP ਦੀ ਪੇਸ਼ੈਂਟ, ਹਾਰਟ ਦੀ ਪੇਸ਼ੈਂਟ, ਉਹ ਮੇਰੀ ਮਾਂ ਦੀ ਅੱਖਾਂ ਬੰਦ ਨੇ, ਉਹ ਰੋ ਰਹੀ ਹੈ ਕਿ ਮੇਰਾ ਪੁੱਤਰ ਕਦੋਂ ਬਾਹਰ ਆਏਗਾ। ਔਰ ਸਰਦਾਰ ਇੰਦਰਜੀਤ ਸਿੰਘ ਮੌਂਟੀ ਮੇਰੀ ਮਾਂ ਦੇ ਕੋਲ ਜਾ ਕੇ ਕਹਿੰਦਾ ਹੈ ਕਿ ਬੁੜੀਏ ਹਜੇ ਤਾਂ ਇੱਕੋ ਰਾਤ ਕਾਲੀ ਕਰਾਈ ਹੈ ਤੇਰੀ, ਅੱਗੇ ਪਤਾ ਨਹੀਂ ਕਿੰਨੀਆਂ ਰਾਤਾਂ ਕਾਲੀਆਂ ਕਰਾਉਣੀਆਂ ਨੇ, ਅੱਗੇ ਲਈ ਤੂੰ ਤਿਆਰ ਰਹਿ, ਤੇਰੇ ਮੁੰਡੇ ਨੇ ਤੇ ਮੈਂ ਐਸੀ ਤੈਸੀ ਕਰਾਂਗਾ। ਦੱਸੋ, ਜਦੋਂ ਇਹ ਕਿਸੇ ਦੀ ਮਾਂ ਦੀ ਇੱਜ਼ਤ ਨਹੀਂ ਕਰ ਸਕਦਾ, ਕਿਉਂਕਿ ਮਾਵਾਂ ਤੇ ਸਾਂਝੀਆਂ ਹੁੰਦੀਆਂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਕ ਸਾਨੂੰ ਕਿਹਾ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇੰਦਰਜੀਤ ਸਿੰਘ ਮੌਂਟੀ ਜੀ ਤੁਹਾਡੇ ਘਰ ਵੀ ਮਾਂ ਹੈ, ਤੁਹਾਡੇ ਘਰ ਵੀ ਬੇਟੀ ਹੈ, ਤੁਹਾਡੀ ਵੀ ਵਾਈਫ ਹੈ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ। ਮਗਰ ਤੁਸੀਂ ਜੋ ਮੇਰੀ ਮਾਂ ਦੇ ਨਾਲ ਬਦਸਲੂਕੀ ਕੀਤੀ, ਉਹਨੂੰ ਡਰਾਇਆ, ਧਮਕਾਇਆ, ਗਾਲਾਂ ਵੀ ਕੱਢ ਕੇ ਆਏ ਹੋ ਤੁਸੀਂ, ਇਹ ਤੁਹਾਡੇ ਤੋਂ ਉਮੀਦ ਨਹੀਂ ਸੀ। ਹੋਰ ਤੁਸੀਂ ਗੁਰੂ ਘਰ ਦੀ ਗੁੱਲਕ ਦਾ ਦੁਰਉਪਯੋਗ ਕੀਤਾ, ਦੁਰਉਪਯੋਗ ਇਸ ਤਰੀਕੇ ਨਾਲ ਕੀਤਾ ਜੋ ਥਾਣੇ ਨੂੰ, ਉੱਤਮ ਨਗਰ ਵੈਸਟ ਥਾਣਾ ਸਾਡੇ ਏਰੀਆ ਦਾ ਪੈਂਦਾ ਹੈ, ਸਾਡੇ ਥਾਣੇ ਦਾ ਕੇਸ ਹੈ, ਸਾਨੂੰ ਤਿੰਨਾਂ ਨੂੰ ਦਾਵੜੀ ਮੋੜ ਥਾਣੇ ਬੰਦ ਕਰ ਦਿੱਤਾ ਜੋ ਕਿ ਲਾਅ ਨਹੀਂ ਕਹਿੰਦਾ, ਔਰ ਉਹਨਾਂ ਨੂੰ ਉਸੇ ਥਾਣੇ ਬੰਦ ਕੀਤਾ ਜਿਸ ਥਾਣੇ ਮੌਂਟੀ ਜੀ ਆਏ ਸੀ, ਸਾਨੂੰ ਕਰ ਦਿੱਤਾ ਦਾਵੜੀ ਮੋੜ ਥਾਣੇ ਜਿਹੜਾ ACP ਦਾ ਥਾਣਾ ਲੱਗਦਾ। ਔਰ 12:30 ਵਜੇ ਦਾ ਵਾਕਿਆ ਹੈ, ਉਹ ਇਸ ਕਰਕੇ ਉਹਨਾਂ ਨੂੰ ਬੰਦ ਕੀਤਾ ਕਿ ਅੰਦਰ ਦੀ ਸਾਠ-ਗਾਠ ਹੁੰਦੀ ਰਹੇ, ਗੁਰੂ ਘਰ ਦੀ ਗੁੱਲਕ ਦੀ ਦੁਰਉਪਯੋਗ ਹੁੰਦੀ ਰਹੇ। ਔਰ ਇਸ ਇਨਸਾਨ ਨੇ, ਇੰਨਾ ਗਿਆ ਗੁਜ਼ਰਾ ਇਨਸਾਨ ਹੈ, ਮੇਰੇ ਲਈ ਤੇ ਗਿਆ ਗੁਜ਼ਰਾ, ਕਿਉਂਕਿ ਜਿਹੜੀ ਮੇਰੀ ਮਾਂ ਦੀ ਇੱਜ਼ਤ ਨਹੀਂ ਕਰੇਗਾ ਉਹ ਮੇਰੇ ਲਈ ਕੁਝ ਨਹੀਂ ਲੱਗਦਾ। ਦੂਜੀ ਗੱਲ, ਗੁਰੂ ਘਰ ਦੀ ਇੱਜ਼ਤ ਨਹੀਂ ਕਰੇਗਾ ਉਹ ਸਾਡਾ ਕੁਝ ਨਹੀਂ ਲੱਗਦਾ। ਇਹ ਆਗੂ ਨਹੀਂ ਹੈ, ਇਹ ਅਖੌਤੀ ਆਗੂ ਹੈ। ਔਰ ਇਸ ਆਗੂ ਨੇ ਸਮੇਂ-ਸਮੇਂ ਤੇ ਸੰਗਤ ਨੂੰ ਯੂਜ਼ ਕੀਤਾ, ਹੁਣ ਵੀ ਯੂਜ਼ ਕਰਦਾ ਹੈ। ਆਪਣੀ ਪਿਸ਼ੋਰੀ ਬਲਾਦਰੀ ਨੂੰ ਛੱਡਿਆ, ਮਾਇਆਪੁਰੀ ਦੀ ਬਲਾਦਰੀ ਨੂੰ ਛੱਡਿਆ, ਮਾਇਆਪੁਰੀ ਦੇ ਵਰਕਰਾਂ ਨੂੰ ਛੱਡਿਆ, ਮਾਇਆਪੁਰੀ ਦੇ ਇਹਨੇ ਕਿਸੇ ਇਨਸਾਨ ਨੂੰ ਨਹੀਂ ਛੱਡਿਆ, ਸਿਰਫ ਆਪਣਾ ਪੈਸਾ ਕਮਾਉਣ ਲਈ। ਔਰ ਮੈਂ ਸੰਗਤ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਐਸੇ ਆਗੂ ਨੂੰ ਜੇ ਦੁਬਾਰਾ ਚੁਣ ਕੇ ਲੈ ਕੇ ਆਓਗੇ ਤੇ ਬਹੁਤ ਵੱਡੀ ਗਲਤੀ ਕਰ ਦੋਗੇ। ਇਹ ਆਗੂ ਤੁਹਾਡੇ ਵੀ ਬੱਚਿਆਂ ਦੀ ਦਾੜੀ ਪੁੱਟਵਾਏਗਾ ਜਿੱਦਾਂ ਮੇਰੀ ਦਾੜੀ ਪੁੱਟਵਾਈ, ਤੁਹਾਡੇ ਵੀ ਬੱਚਿਆਂ ਦੀ ਕੇਸ ਦੀ ਬੇਦਬੀ ਗਲੀ ਦੇ ਵਿੱਚ ਗੁੰਡੇ ਭਿਜਵਾ ਕੇ ਕਰਵਾਏਗਾ ਜਿੱਦਾਂ ਮੇਰੀ ਕਰਵਾਈ। ਜੇ ਤੁਸੀਂ ਚਾਹੁੰਦੇ ਹੋ ਕਿ ਇਸ ਆਗੂ ਨੂੰ ਤੁਹਾਡੇ ਬੱਚਿਆਂ ਦੀ ਦਾੜੀ ਪੁੱਟਵਾਣੀ ਹੈ ਤਾਂ ਤੁਸੀਂ ਲੈ ਕੇ ਆਓ, ਸ਼ੌਕ ਨਾਲ ਲੈ ਕੇ ਆਓ, ਜਿੰਨੇ ਮਰਜ਼ੀ ਵੋਟ ਪਾਓ, ਅਸੀਂ ਨਹੀਂ ਕਵਾਂਗੇ। ਅਸੀਂ ਇਸ ਕਰਕੇ ਤੁਹਾਡੇ ਕੋਲ ਅਪੀਲ ਕਰ ਰਹੇ ਹਾਂ, ਹੁਣ ਵੀ ਸਮਾਂ ਹੈ ਐਸੇ ਆਗੂ ਨੂੰ ਬਾਈਕਾਟ ਕੀਤਾ ਜਾਏ ਟੋਟਲੀ। ਔਰ ਅਸੀਂ ਤੇ ਬਾਈਕਾਟ ਕੀਤਾ ਹੋਇਆ ਹੈ, ਅਸੀਂ ਪੂਰਾ ਵਿਰੋਧ ਕਰਾਂਗੇ ਜਿੱਥੇ ਤੱਕ ਸਾਡੀ ਜਾਨ ਲੱਗੇਗੀ। ਸਾਨੂੰ ਸ਼ਹੀਦ ਵੀ ਹੋਣਾ ਪਏ ਕੋਈ ਦਿੱਕਤ ਨਹੀਂ ਹੈ, ਮਗਰ ਅਸੀਂ ਡਰਾਂਗੇ ਨਹੀਂ। ਇਸ ਕਰਕੇ ਅਸੀਂ ਅੱਜ ਵੀ ਆਪਣੇ ਸਟੈਂਡ ਤੇ ਖੜੇ ਹਾਂ, ਅਸੀਂ ਉਸ ਦਿਨ ਵੀ ਆਪਣੇ ਸਟੈਂਡ ਤੇ ਖੜੇ ਸੀ। ਸਾਨੂੰ ਬੜੇ ਫੋਨ ਆ ਰਹੇ ਨੇ, ਬਦਮਾਸ਼ਾਂ ਦੇ ਫੋਨ ਕਰਾਏ ਜਾ ਰਹੇ ਨੇ, ਕਦੀ ਕਿਸੇ ਨੇਤਾ ਦੇ ਫੋਨ ਕਰਾਏ ਜਾ ਰਹੇ ਨੇ ਕਿ ਆ ਕੇ ਕੰਪਰੋਮਾਈਜ਼ ਕਰ ਲਓ, ਚਲੋ ਕੋਈ ਗੱਲ ਨਹੀਂ, ਤੁਹਾਡਾ ਹੀ ਭਰਾ ਹੈ। ਮੈਂ ਕਿਹਾ ਸਾਡਾ ਤੇ ਭਰਾ ਹੈ, ਸਾਡਾ ਤੇ ਭਰਾ ਹੈ, ਮਗਰ ਜਿਹੜੇ ਗੁਰੂ ਨਾਨਕ ਦੀ ਗੁੱਲਕ ਖਾਈ ਹੈ ਉਹ ਕਿੱਥੋਂ ਵਾਪਿਸ ਕਰੋਗੇ। ਤੇ ਮੈਂ ਸਰਦਾਰ ਹਰਮੀਤ ਸਿੰਘ ਜੀ ਦਾ ਬੜਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡੇ ਨਾਲ ਲੱਗ ਕੇ ਇਸ ਲੜਾਈ ਨੂੰ ਇੱਥੇ ਤੱਕ ਪਹੁੰਚਾਇਆ ਹੈ। ਔਰ ਹਰ ਇੱਕ ਸਿੱਖ ਦਾ, ਮੈਂ ਸਰਦਾਰ ਹਰਮੀਤ ਸਿੰਘ ਜੀ ਗੱਲ ਨਹੀਂ ਕਰਦਾ ਇੱਥੇ, ਹਰ ਇੱਕ ਸਿੱਖ ਦਾ ਫਰਜ਼ ਹੈ ਜਿਹੜਾ ਗੁਰੂ ਨਾਨਕ ਨਾਮ ਲੈਵਾ ਔਰ ਜਿਹੜੇ ਗੁਰੂ ਨਾਨਕ ਦੇ ਨਾਲ ਪਿਆਰ ਕਰਦਾ ਹੈ। ਗੁਰੂ ਨਾਨਕ ਦੀ ਗੁੱਲਕ ਅਸੀਂ ਲੁੱਟਣ ਦੀ ਸਾਡੇ ਤੇ ਥੂ ਹੈ। ਔਰ ਇਹ ਆਗੂ ਨਹੀਂ ਨੇ, ਇਹ ਪੈਰੂਪੀਏ ਨੇ ਜਿਹੜੇ ਕਹਿੰਦੇ ਨੇ BJP RSS ਹੈ, ਇਹ ਖੁਦ ਹੀ ਮਿਲਨੇ ਹੋਏ ਨੇ ਉਹਨਾਂ ਨਾਲ। ਤੇ ਮੇਰੀ ਸੰਗਤ ਨੂੰ ਬੇਨਤੀ ਜੇ, ਹੱਥ ਜੋੜ ਕੇ ਬੇਨਤੀ ਅਸੀਂ ਤਿੰਨੋਂ ਕਰਦੇ ਹਾਂ ਕਿ ਐਸੇ ਆਗੂ ਨੂੰ ਜਿਹੜੇ ਕਿ 4 ਦਿਨ ਪਹਿਲੇ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ, ਬਾਦਲਾਂ ਨੂੰ ਗਾਲਾਂ ਕੱਢਦੇ ਸੀ, ਕੱਲ ਮੈਂ ਦੇਖਿਆ ਉਹਨਾਂ ਦੀ ਗੋਦੀ ਜਾ ਕੇ ਉਹਨਾਂ ਨੂੰ ਸਰੋਪੇ ਆਵਾਜ਼ ਇਹ ਕੌਮ ਦਾ ਖਿਤਾਬ ਦੇ ਰਹੇ ਨੇ। ਸਾਨੂੰ ਤੇ ਬਲੀਵ ਨਹੀਂ ਹੁੰਦਾ ਕਿ ਇਹ ਕੀ ਕਰਨਗੇ ਅੱਗੇ ਜਾ ਕੇ, ਕੌਮ ਦਾ ਕੀ ਕਾਣ ਹੋਏਗਾ। ਵਾਰਡ ਨੰਬਰ 3 ਦੀ ਸੰਗਤ ਨੂੰ ਇਹੀ ਬੇਨਤੀ ਜੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ, ਜੇ ਆਪਣੇ ਬੱਚੇ ਦੀ ਦਾੜੀ ਨਹੀਂ ਪੁੱਟਵਾਣੀ, ਜੇ ਆਪਣੇ ਬੱਚਿਆਂ ਦਾ ਕਰੀਅਰ ਨਹੀਂ ਖਰਾਬ ਕਰਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।